ਦੂਜੀ ਕੁੜੀ ਸੀ ਮੈਂ ਤਾਂ ਜੰਮਨ ਮੇਰੇ ਤੇ ਮਾਂ ਮੇਰੀ ਰੋਈ ਸੀ। ਕਰਨਾ ਹੈ ਇਸ ਨਾਮ ਉੱਚਾ ਸਾਡਾ, ਸੋਝੀ ਇਸ ਗੱਲ ਦੀ ਉਦੋਂ ਕਿਸੇ ਨੂੰ ਨਾ ਹੋਈ ਸੀ। ਸ਼ਰਾਰਤਾਂ ਤੇ ਜ਼ਿੱਦੀ ਪੁਣੇ 'ਚ ਮੈਂ ਬਚਪਨ ਹੀ ਆਪਣਾ ਲੰਘਾਇਆ ਸੀ। ਪਾਪਾ ਦੀ ਲਾਡਲੀ ਸੀ ਮੈਂ, ਤਾਂ ਹੀ ਤਾਂ ਹਰ ਚੀਜ਼ ਨੂੰ ਬਿਨ ਮੰਗੇ ਮੈਂ ਪਾਇਆ ਸੀ। ਫਿਰ ਇੱਕ ਟਾਈਮ ਇਦਾਂ ਦਾ ਵੀ ਆਇਆ ਕਾਲਜ ਦਾ, ਆਈ ਥਿੰਕ ਉਹ 7th ਸਮੈਸਟਰ ਸੀਗਾ, ਜਦੋਂ ਮੇਰੇ ਕੋਲ ਇੰਨੇ ਵੀ ਪੈਸੇ ਨਹੀਂ ਸੀ ਕਿ ਮੈਂ ਕਾਲਜ ਦਾ ਮਤਲਬ ਕਿਰਾਇਆ ਵੀ ਕੱਢ ਸਕਾਂ ਵੀ ਕਿਵੇਂ ਜਾਣਾ। ਮੈਂ ਪਾਪਾ ਨੂੰ ਇਹ ਕਹਿਣਾ ਕਿ ਪਾਪਾ ਕਾਲਜ ਪੜ੍ਹਾਈ ਨਹੀਂ ਹੁੰਦੀ, ਮੈਂ ਆਪੇ ਘਰ ਪੜ੍ਹ ਲਾਂਗੀ। ਮੈਨੂੰ ਪਤਾ ਸੀ ਇਹ ਸਾਡੀ ਸੋਸਾਇਟੀ ਦੀ ਸੋਚ ਹੈ ਜੋ ਇੱਕ ਮਾਂ ਨੂੰ ਰੋਣ ਤੇ ਮਜਬੂਰ ਕਰਦੀ ਹੈ। ਸੋ ਇਹਦੇ ਪਿੱਛੇ ਵੀ ਮੈਨੂੰ ਲੱਗਦਾ ਸਮਾਜ ਦੀ ਉਹ ਸੋਚ ਹੀ ਰਹੀ ਹੋਏਗੀ ਜਿਹਦੇ ਕਰਕੇ ਮੇਰੀ ਮਾਂ ਰੋਈ ਸੀ। ਕਿ ਬਥੇਰੇ ਲੋਕ ਘਰੇ ਆਏ, ਉਹਨਾਂ ਨੇ ਮੇਰਾ ਸਨਮਾਨ ਕੀਤਾ ਵੀ ਕੁੜੀ ਦਾ ਗੋਲਡ ਮੈਡਲ ਆਇਆ, ਵੀ ਅਸੀਂ ਤੇਰੀ ਹੈਲਪ ਕਰਾਂਗੇ, ਤੈਨੂੰ ਚੰਡੀਗੜ੍ਹ ਤੋਂ ਕੋਚਿੰਗ ਦਿਵਾਵਾਂਗੇ। ਬਟ ਕਹਿਣ ਤੇ ਕਰਨ ਦੇ ਵਿੱਚ ਬਹੁਤ ਫਰਕ ਹੁੰਦਾ ਹੈ। ਕਿਸੇ ਨਾ ਕਿਸੇ ਤਰ੍ਹਾਂ ਕਿਤੋਂ ਨਾ ਕਿਤੋਂ ਪੈਸੇ ਕਦੀ ਫੜਨੇ ਵੀ ਪੈਂਦੇ ਸੀ। ਕਈ ਵਾਰੀ ਆ ਕੇ ਦੀ ਮੰਮੀ ਨੂੰ ਨਾ ਦੱਸਣਾ ਜਾਂ ਇਹਨੂੰ ਵੀ ਨਾ ਦੱਸਣਾ ਤਾਂ ਕਿ ਇੱਥੇ ਕੋਈ ਬੋਝ ਨਾ ਪੈ ਜਾਵੇ। ਕਈਆਂ ਕੋਲੋਂ ਵਿਆਜੀ ਵੀ ਫੜਨੇ, ਕਈਆਂ ਸੱਜਣਾ ਮਿੱਤਰਾਂ ਨੂੰ ਪਰਖਿਆ, ਪਰ ਬਹੁਤੇ ਸਾਥ ਛੱਡ ਗਏ ਸਨ। ਕਿਉਂਕਿ ਜਦੋਂ ਬੰਦੇ ਕੋਲ ਪੈਸੇ ਹੁੰਦੇ ਆ ਨਾ, ਉਦੋਂ ਦੇਣ ਵਾਲੇ ਵੀ ਬੜੇ ਆ ਜਾਂਦੇ ਆ, ਪਰ ਜਦੋਂ ਉਹਨੂੰ ਪਤਾ ਹੁੰਦਾ ਵੀ ਉਹ ਮੋੜੇਗਾ ਕਿਤੋਂ, ਖਰੇ ਕੁੜੀ ਨੇ ਜੱਜ ਬਣਨਾ ਕਿ ਨਹੀਂ, ਤਾਂ ਸਭ ਪਿੱਛੇ ਹਟ ਜਾਂਦੇ ਆ। ਮੈਮ ਉਹੀ ਜਿਵੇਂ ਇੱਕ ਫਰਿਸ਼ਤਾ ਰੱਬ ਨੇ ਪਹਿਲੇ ਭੇਜਿਆ, ਇਦਾਂ ਹੀ ਮਤਲਬ ਮੇਰੀ ਲਗਨ ਚ ਦਮ ਸੀਗਾ ਤੇ ਇੱਕ ਹੋਰ ਫਰਿਸ਼ਤਾ ਰੱਬ ਨੇ ਭੇਜਿਆ। ਇੱਕ ਦਿਨ ਮੈਂ ਮਤਲਬ ਸੁੱਤੀ ਉੱਠੀ ਸੀ ਤਾਂ ਮੇਰੇ ਫੋਨ ਤੇ ਇੱਕ ਮੈਸੇਜ ਆਇਆ ਇੱਕ ਗਰੁੱਪ ਦੇ ਵਿੱਚ ਕਿ ਉਹ ਬੱਚੇ ਨੀਡੀ ਜਿਹੜੇ ਕਿ ਫੀਸ ਨੂੰ ਅਫੋਰਡ ਨਹੀਂ ਕਰ ਸਕਦੇ, ਕੋਚਿੰਗ ਫੀਸ, ਉਹਨਾਂ ਲਈ ਫ੍ਰੀ ਕੋਚਿੰਗ ਇੱਕ ਸਟਾਰਟ ਕੀਤੀ ਗਈ। ਬਟ ਉਹਦੇ ਲਈ ਕ੍ਰਾਈਟੇਰੀਆ ਸੀਗਾ ਕਿ ਬੱਚਾ ਇੰਟੈਲੀਜੈਂਟ ਹੋਣਾ ਚਾਹੀਦਾ ਹੈ। ਤਾਂ ਉਹਨਾਂ ਨੇ ਦਿੱਤਾ ਸੀਗਾ ਕਿ ਇਹ ਐਡਵੋਕੇਟ ਹੈ ਹਾਈ ਕੋਰਟ ਦੇ ਪੰਜਾਬ ਐਂਡ ਹਰਿਆਣਾ, ਇਸ ਨੰਬਰ ਤੇ ਕਾਲ ਕਰੋ। ਦੈਨ ਮੈਂ ਉਹਨਾਂ ਨੂੰ ਕਾਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਬੇਟਾ ਤੁਸੀਂ ਆ ਜਾਓ। ਮੈਂ ਕਿਹਾ ਸਰ ਆ ਤਾਂ ਮੈਂ ਜਾਵਾਂਗੀ, ਬਟ ਮੇਰੇ ਕੋਲ ਤਾਂ ਉੱਥੇ ਦੇ ਜਿਹੜੇ ਐਕਸਪੈਂਸਿਸ ਬੀਅਰ ਕਰਨ ਦੇ ਵੀ ਨਹੀਂ ਹੈ, ਮਤਲਬ ਮੈਂ ਨਹੀਂ ਅਫੋਰਡ ਕਰ ਸਕਦੀ। ਬਸ ਫਿਰ ਕਰੋਨਾ ਦਾ ਟਾਈਮ ਸ਼ੁਰੂ ਹੋ ਗਿਆ। ਫਰਸਟ੍ਰੇਸ਼ਨ ਬਹੁਤ ਸੀ ਕਿ ਟਾਈਮ ਲੰਘੀ ਜਾ ਰਿਹਾ ਹੈ, ਪੇਪਰ ਆ ਨਹੀਂ ਰਹੇ, ਮੈਂ ਪੜ੍ਹੀ ਵੀ ਜਾ ਰਹੀ, ਮਿਹਨਤ ਵੀ ਕਰ ਰਹੀ ਹਾਂ, ਬਟ ਕੁਝ ਹੋ ਨਹੀਂ ਰਿਹਾ। ਔਰ ਉਹ ਫੇਸ ਬਹੁਤ ਔਖਾ ਸੀ ਲਾਈਫ ਦਾ। ਅਗਰ ਮੈਂ ਕਹਾਂ 2019 ਤੋਂ ਲੈ ਕੇ ਜਿਸ ਦਿਨ ਤੱਕ ਮੇਰਾ ਰਿਜ਼ਲਟ ਨਹੀਂ ਆਇਆ ਜਾਂ ਮੇਰੇ ਫਾਈਨਲ ਇੰਟਰਵਿਊ ਤੱਕ, ਮੈਂ ਪੜ੍ਹਾਈ ਨਹੀਂ ਛੱਡੀ। ਮੇਰੇ ਘਰ ਵਿਆਹ ਹੈ, ਮੈਂ ਕਿਤੇ ਟਰੈਵਲ ਕਰ ਰਹੀ ਹਾਂ, ਬੁੱਕਸ ਮੇਰੇ ਨਾਲ ਨੇ, ਮੇਰੇ ਦਿਮਾਗ 'ਚ ਮੇਰੀ ਪੜ੍ਹਾਈ ਚੱਲ ਰਹੀ ਹੈ, ਮੇਰੇ ਕੰਨਾਂ 'ਚ ਹੈਡਫੋਨ ਲੱਗੇ। ਮਤਲਬ ਇੱਕ ਦਿਨ ਦਾ ਮੇਰਾ ਜੋ ਸਕੈਡਿਊਲ ਹੁੰਦਾ ਸੀਗਾ ਕਿ ਮੈਂ ਅੱਜ ਦੇ ਦਿਨ 'ਚ ਇਹ ਪੜ੍ਹਨਾ ਹੈ, ਮੈਂ ਉਹਨੂੰ ਖਰਾਬ ਨਹੀਂ ਹੋਣ ਦਿੰਦੀ ਸੀ। ਅੱਜ ਮੇਰੀ ਧੀ ਨੇ ਇਹ ਪਿਤਾ ਮੇਰੇ ਨੇ ਚਾਹਿਆ ਸੀ, ਦੇ ਕੇ ਫੀਸ 5 ਸਾਲ ਲੋਹ ਦੀ, ਕਿਸੇ ਫਰਿਸ਼ਤੇ ਨੇ ਮੈਨੂੰ ਪੜਾਇਆ ਸੀ। ਤਿਆਗ ਕੇ ਐਸ਼ ਆਰਾਮ ਮੈਂ ਟੌਪ ਕਾਲਜ ਚ ਕਰਦੀ ਗਈ। ਇਸ ਤਰ੍ਹਾਂ ਮੰਜ਼ਿਲ ਤੱਕ ਪਹੁੰਚਣ ਲਈ ਮੈਂ ਪੌੜੀ ਇੱਕ ਇੱਕ ਕਰ ਚੜ੍ਹਦੀ ਰਹੀ। 3 ਸਾਲ ਜੀ ਜਾਨ ਨਾਲ ਕੀਤੀ ਤਿਆਰੀ, ਉਡੀਕ ਸੀ ਜਿਸ ਦੀ ਇੰਨੇ ਸਾਲਾਂ ਤੋਂ, ਦਿਨ ਉਹ ਅੱਜ ਫਿਰ ਆਇਆ ਏ। ਬਹੁਤ ਲੋਕ ਕਹਿਣਗੇ ਕਿਸਮਤ ਚੰਗੀ ਇਹਦੀ, ਜੋ ਪਹਿਲੀ ਵਾਰ ਚ ਇਹਨੇ ਪੇਪਰ ਕਰਕੇ ਕਲੀਅਰ ਦਿਖਾਇਆ ਏ। ਆਪਣੇ ਸ਼ੌਂਕ ਚਾਹ ਸਭ ਦੱਬ ਕੇ ਰੱਖੇ, ਸੌਖਾ ਮੈਂ ਕੁਝ ਵੀ ਨਾ ਪਾਇਆ ਏ। ਮਿਹਨਤ ਦਾ ਗਹਿਣਾ ਪਾ, ਸੁਪਨੇ ਆਪਣੇ ਨਾਲ ਵਿਆਹ ਕਰਵਾਉਣਾ, ਜਸਮੀਤ ਤੋਂ ਜੱਜ ਤੱਕ ਦੇ ਸਫ਼ਰ ਨੇ ਬਹੁਤ ਕੁਝ ਮੈਨੂੰ ਸਿਖਾਇਆ ਏ। ਨੂਰੀ ਚਿਹਰੇ ਨੂਰੀ ਹਾਸੇ, ਧੀਆਂ ਦੇ ਕਸਤੂਰੀ ਹਾਸੇ, ਉਸ ਕਰ ਬਰਕਤ ਠੰਡੀਆਂ ਛਾਵਾਂ, ਜਿਸ ਕਰ ਧੀਆਂ ਜਣੀਆਂ ਹੁੰਦੀਆਂ। ਜੇ ਪੁੱਤਰ ਮਿੱਠੜੇ ਮੇਵੇ ਹੁੰਦੇ ਤਾਂ ਧੀਆਂ ਮਿਸ਼ਰੀ ਦੀਆਂ ਡਲੀਆਂ ਹੁੰਦੀਆਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਮਨਪ੍ਰੀਤ ਕੌਰ। ਅੱਜ ਦੇ ਜ਼ਮਾਨੇ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਧੀਆਂ ਜਿਹੜੀਆਂ ਨੇ ਪੁੱਤਾਂ ਨਾਲੋਂ ਵੀ ਵੱਧ ਕੇ ਪਿਆਰੀਆਂ ਹੁੰਦੀਆਂ ਨੇ।
ਅਕਸਰ ਇਹ ਗੱਲ ਕਹੀ ਜਾਂਦੀ ਸੀ ਕਿ ਘਰ ਦੇ ਵਿੱਚ ਜੇ ਪੁੱਤ ਹੈ ਤੇ ਮਾਂ-ਬਾਪ ਦਾ ਨਾਮ ਰੌਸ਼ਨ ਕਰੇਗਾ, ਕੁਝ ਚੰਗਾ ਕਰਕੇ ਦਿਖਾਵੇਗਾ। ਪਰ ਤੁਹਾਨੂੰ ਦੱਸ ਦਈਏ ਹੁਣ ਪੁੱਤਾਂ ਦੀ ਜਿਹੜੀ ਦੌੜ ਹੈ ਸਲੋ ਹੋ ਚੁੱਕੀ ਹੈ ਤੇ ਧੀਆਂ ਜਿਹੜੀਆਂ ਨੇ ਵੱਧ ਚੜ ਕੇ ਮਾਪਿਓ ਦਾ ਨਾਮ ਰੌਸ਼ਨ ਕਰ ਰਹੀਆਂ ਨੇ। ਤਾਂ ਅੱਜ ਇੱਕ ਅਜਿਹੀ ਹੀ ਦੀਪਕ ਦੇ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ, ਅਜਿਹੀ ਹੀ ਦੀਵੇ ਦੀ ਲੋ ਵਰਗੀ ਉਸ ਧੀ ਨਾਲ ਮਿਲਵਾਉਣ ਜਾ ਰਹੇ ਹਾਂ ਜਿਸ ਨੇ ਬਹੁਤ ਸਾਰੀਆਂ ਮੁਸ਼ਕਲਾਂ ਝੱਲੀਆਂ, ਬਹੁਤ ਸਾਰੀਆਂ ਔਕੜਾਂ ਜਿਹੜੀਆਂ ਨੇ ਉਹਨਾਂ ਦਾ ਸਾਹਮਣਾ ਕੀਤਾ। ਤੇ ਇਸ ਧੀ ਦਾ ਕਹਿਣਾ ਕਿ ਜਿਸ ਵਕਤ ਮੈਂ ਹੋਈ ਸੀ ਤਾਂ ਮੇਰੀ ਮਾਂ ਵੀ ਉਸ ਵਕਤ ਰੋ ਪਈ ਸੀ, ਪਰ ਸਾਰੀਆਂ ਚੀਜ਼ਾਂ ਹੰਡਾਉਣ ਤੋਂ ਬਾਅਦ ਅੱਜ ਇਸ ਧੀ ਨੇ ਆਪਣੇ ਮਾਪਿਓ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕਰ ਦਿੱਤਾ। ਤੇ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਜਸਮੀਤ ਕੌਰ ਦੇ ਨਾਲ, ਜੋ ਕਿ ਹਰਿਆਣਾ ਕੈਡਰ ਤੋਂ ਜੱਜ ਬਣ ਚੁੱਕੇ ਨੇ। ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਕਿ ਇਹਨਾਂ ਦੀ ਜ਼ਿੰਦਗੀ ਦਾ ਜਿਹੜਾ ਅਸਲ ਸਫ਼ਰ ਹੈ ਉਹ ਕਿਵੇਂ ਦਾ ਰਿਹਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ। ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ, ਤੁਹਾਨੂੰ ਜੱਜ ਬਣ ਚੁੱਕੇ ਹੋ। ਧੰਨਵਾਦ ਮੈਮ ਤੁਹਾਨੂੰ। ਮੈਂ ਸਭ ਤੋਂ ਪਹਿਲਾਂ ਸਵਾਲ ਇਹ ਪੁੱਛਣਾ ਚਾਹੂੰਗੀ, ਜਸਮੀਤ ਕਹਿੰਦੇ ਤੁਸੀਂ ਦੱਸਿਆ ਸੀ ਕਿ ਜਦੋਂ ਮੈਂ ਹੋਈ ਸੀ ਤਾਂ ਮੇਰੀ ਮਾਂ ਵੀ ਰੋਈ ਸੀ, ਕੀ ਕਾਰਨ ਸੀ? ਸਭ ਤੋਂ ਪਹਿਲਾਂ ਇਹ ਸਵਾਲ ਮਤਲਬ ਮੇਰੇ ਦਿਲ ਨੂੰ ਛੂ ਗਈ ਇਹ ਗੱਲ ਤੁਹਾਡੀ, ਪਰ ਕਿਉਂ ਸੀ ਐਵੇਂ? ਮੈਮ ਪਹਿਲੇ ਤਾਂ ਮੈਂ ਕਹਿਣਾ ਚਾਹੂੰਗੀ ਕਿ ਕੋਈ ਵੀ ਮਾਂ ਆਪਣੇ ਬੱਚੇ ਦੇ ਹੋਣ ਤੇ ਭਾਵੇਂ ਉਹ ਕੁੜੀ ਹੋਵੇ ਭਾਵੇਂ ਜਾਂ ਮੁੰਡਾ ਦੁਖੀ ਨਹੀਂ ਹੁੰਦੀ। ਇਹ ਸਾਡੀ ਸੁਸਾਇਟੀ ਦੀ ਸੋਚ ਹੈ ਜੋ ਇੱਕ ਮਾਂ ਨੂੰ ਰੋਣ ਤੇ ਮਜਬੂਰ ਕਰਦੀ ਹੈ। ਸੋ ਇਹਦੇ ਪਿੱਛੇ ਵੀ ਮੈਨੂੰ ਲੱਗਦਾ ਸਮਾਜ ਦੀ ਉਹ ਸੋਚ ਹੀ ਰਹੀ ਹੋਏਗੀ ਜਿਹਦੇ ਕਰਕੇ ਮੇਰੀ ਮਾਂ ਰੋਈ ਸੀ। ਤੇ ਇਸ ਗੱਲ ਬਾਰੇ ਮੈਂ ਜਦੋਂ ਵੱਡੀ ਹੋਈ ਤਾਂ ਮੈਨੂੰ ਉਦੋਂ ਦੱਸਿਆ ਗਿਆ, ਬਸ ਉਦੋਂ ਹੀ ਮੈਂ ਇਹ ਫੈਸਲਾ ਕਰ ਲਿਆ ਸੀ ਕਿ ਜਦ ਤੱਕ ਮੈਂ ਆਪਣੇ ਮਾਪਿਓ ਦਾ ਨਾਮ ਰੋਸ਼ਨ ਨਹੀਂ ਕਰ ਲੈਂਦੀ ਮੈਂ ਉਦੋਂ ਤੱਕ ਚੈਨ ਦੀ ਨੀਂਦ ਨਹੀਂ ਸੋਣਾ। ਤੁਸੀਂ ਬੜੀਆਂ ਔਕੜਾਂ ਝੱਲੀਆਂ, ਦੱਸੇ ਆਫ ਕੈਮਰਾ ਜਦੋਂ ਗੱਲ ਹੋ ਰਹੀ ਸੀ ਕਿ ਪੜ੍ਹਾਈ ਲਈ ਵੀ ਪੈਸੇ ਨਹੀਂ ਸੀਗੇ ਤੁਹਾਡੇ ਕੋਲ, ਹੈ ਨਾ? ਕਿਵੇਂ ਦਾ ਉਹ ਸਮਾਂ ਸੀ, ਕਿਵੇਂ ਹੰਡਾਇਆ ਉਹਨਾਂ ਚੀਜ਼ਾਂ ਨੂੰ? ਸਮਾਂ ਤਾਂ ਉਹ ਬਹੁਤ ਮੁਸ਼ਕਿਲ ਸੀ। ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹੂੰਗੀ ਕਿ ਜਦੋਂ ਮੈਂ ਬਚਪਨ 'ਚ ਸੀ ਉਦੋਂ ਤਾਂ ਮੇਰੇ ਪਾਪਾ ਦਾ ਕਾਰੋਬਾਰ ਬਹੁਤ ਵਧੀਆ ਸੀ। ਮੈਂ ਮਤਲਬ ਉਹ ਟਾਈਮ ਦੇਖਿਆ, ਗੱਡੀਆਂ 'ਚ ਘੁੰਮੇ। ਪਰ ਹੌਲੀ ਹੌਲੀ ਜਿਹੜਾ ਟਾਈਮ ਸੀਗਾ ਉਹ ਬਦਲਦਾ ਗਿਆ। ਪਤਾ ਨਹੀਂ ਕਿਵੇਂ ਹੋਇਆ ਕਿ ਮੇਰੇ ਪਾਪਾ ਦਾ ਕੋਈ ਕੰਮ ਸੈੱਟ ਨਹੀਂ ਆਉਣਾ, ਸਿਰ 'ਤੇ ਇੰਨਾ ਕਰਜ਼ਾ ਚੜ੍ਹ ਗਿਆ ਕਿ ਉਹ ਫੇਰੀ ਕਰਦੇ ਸੀਗੇ, ਕੰਬਲ ਤੱਕ ਵੇਚਦੇ ਸੀ ਤੇ ਜਿੰਨਾ ਮਤਲਬ ਦਿਨ 'ਚ 300-400 ਦਿਹਾੜੀ ਲਿਆਉਂਦੇ ਸੀ ਉਹਦੇ ਨਾਲ ਹੀ ਸਾਡੇ ਘਰ ਦੀ ਰੋਟੀ ਚੱਲਦੀ ਸੀ। ਪਰ ਬਚਪਨ ਤੋਂ ਹੀ ਮੇਰੇ ਪਾਪਾ ਦਾ ਸੁਪਨਾ ਸੀ ਕਿ ਮੈਂ ਆਪਣੀ ਕੁੜੀ ਨੂੰ ਵਕੀਲ ਬਣਾਉਣਾ ਤੇ ਲਾਅ ਕਰਾਉਣੀ ਹੈ। ਤਾਂ ਬਸ ਆਪਾਂ ਜਦੋਂ +2 ਮੈਂ ਕੀਤੀ 92% ਮੇਰੇ ਮਾਰਕਸ ਆਏ ਕਾਮਰਸ ਦੇ ਵਿੱਚ, ਤਾਂ ਅਸੀਂ ਬਹੁਤ ਹੱਥ ਪੈਰ ਮਾਰੇ ਕਿਤੇ ਕਿਸੇ ਕਾਲਜ ਤੋਂ ਸਕੋਲਰਸ਼ਿਪ ਮਿਲ ਜੇ ਵੀ ਅਸੀਂ ਲਾਅ ਕਰਨੀ ਹੈ। ਮਤਲਬ ਸਾਰੇ ਕਾਲਜ ਦੀ ਚਾਹੇ 35 ਤੋਂ 40 ਹਜ਼ਾਰ ਫੀਸ ਸੀ, ਬਟ ਉਹ ਵੀ ਉਸ ਟਾਈਮ ਅਫੋਰਡ ਕਰਨਾ ਬੜਾ ਔਖਾ ਸੀਗਾ। ਬਸ ਫਿਰ ਮੈਂ ਤਾਂ ਇਹੀ ਕਹੂੰਗੀ ਕਿ ਜਿਨ੍ਹਾਂ ਦੀ ਮਤਲਬ ਮਿਹਨਤ 'ਚ ਦਮ ਹੁੰਦਾ ਹੈ, ਰੱਬ ਕੋਈ ਨਾ ਕੋਈ ਫਰਿਸ਼ਤਾ ਸਾਡੇ ਲਈ ਜ਼ਰੂਰ ਭੇਜਦਾ ਹੈ। ਬਸ ਇਸੇ ਤਰ੍ਹਾਂ ਮੇਰੇ ਲਈ ਉਸ ਟਾਈਮ ਇੱਕ ਫਰਿਸ਼ਤਾ ਰੱਬ ਨੇ ਭੇਜਿਆ। ਤਾਂ ਇੱਕ ਲੱਖਣ ਕਲਾ ਪਿੰਡ ਦੇ ਵਿੱਚ ਕਪੂਰਥਲੇ ਦੇ ਵਿੱਚ ਕੋਈ ਹੈਗੇ ਨੇ ਰੱਬ ਦੇ ਬੰਦੇ ਜਿਨ੍ਹਾਂ ਨੂੰ ਇਹ ਪਤਾ ਲੱਗਾ ਕਿ ਕੁੜੀ ਲਾਅ ਕਰਨਾ ਚਾਹੁੰਦੀ ਹੈ, ਤਾਂ ਉਹਨਾਂ ਨੇ ਉਸ ਟਾਈਮ ਮੇਰੇ ਸਿਰ ਤੇ ਹੱਥ ਰੱਖਿਆ ਤੇ ਕਿਹਾ ਵੀ ਅਸੀਂ ਕਰਾਵਾਂਗੇ ਤੈਨੂੰ ਲਾਅ। ਕਹਿੰਦੇ ਅੱਛਾ LLB ਤਾਂ ਕਰਾ ਦਾਂਗੇ, ਉਸ ਤੋਂ ਬਾਅਦ ਕੀ ਕਰੇਂਗੀ? ਮੈਂ ਕਿਹਾ ਮੈਂ ਜੱਜ ਬਣਨਾ ਹੈ। ਮਤਲਬ ਫਰੋਮ ਦਾ ਵੈਰੀ ਫਸਟ ਜਦੋਂ ਮੈਂ ਕਾਲਜ ਐਂਟਰ ਕਰਨਾ ਸੀ ਇਹ ਡਿਸਾਈਡਡ ਸੀਗਾ ਕਿ ਮੈਂ ਵਕਾਲਤ ਨਹੀਂ ਕਰਨੀ, ਮੈਂ ਜੱਜ ਦੀ ਕੁਰਸੀ ਤੇ ਬਹਿਣਾ ਹੈ, ਮੈਂ ਉਹ ਅਹੁਦਾ ਪ੍ਰਾਪਤ ਕਰਨਾ ਹੈ। ਜਦੋਂ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਜੱਜ ਲਈ ਕਿਹੜਾ ਪੇਪਰ ਦੇਣਾ ਪੈਂਦਾ ਤਾਂ ਜੱਜ ਬਣਿਆ ਕਿਵੇਂ ਜਾਂਦਾ, ਮੈਨੂੰ ਕੁਝ ਨਹੀਂ ਪਤਾ ਸੀਗਾ ਉਸ ਟਾਈਮ। ਬਸ ਫਿਰ ਕਾਲਜ ਜਦੋਂ ਫਸਟ ਡੇ ਆਪਾਂ ਐਡਮਿਸ਼ਨ ਕਰਾਉਣ ਗਏ ਪਾਪਾ ਮੇਰੇ ਨਾਲ, ਉੱਥੇ ਇੱਕ ਬੋਰਡ ਸੀਗਾ ਜਿੱਥੇ ਮਤਲਬ ਟੌਪਰਸ ਦੀ ਲਿਸਟ ਸੀਗੀ ਤੇ ਨਾਮ ਸੀ। ਬਸ ਉਸੇ ਦਿਨ ਮੇਰੇ ਪਾਪਾ ਨੇ ਉਸ ਜਗ੍ਹਾ ਤੇ ਖੜੇ ਹੋ ਕੇ ਕਿਹਾ ਕਿ ਪੁੱਤਰ ਤੇਰਾ ਨਾਮ ਇਸ ਬੋਰਡ ਤੇ ਆਉਣਾ ਚਾਹੀਦਾ ਹੈ। ਬਸ ਮੈਂ ਪਹਿਲੇ ਸਾਲ ਤੋਂ 2014 ਤੋਂ ਹੀ ਲਗਨ ਦੇ ਨਾਲ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਤੇ ਮੈਨੂੰ ਸੀਗਾ ਕਿ ਯੂਨੀਵਰਸਿਟੀ ਟੌਪ ਕਰਨਾ ਹੈ। ਬਸ ਉਹ ਕਰਦੀ ਗਈ। ਕਾਲਜ ਵੱਲੋਂ ਟੀਚਰਸ ਵੱਲੋਂ ਬਹੁਤ ਮਾਣ ਮੈਨੂੰ ਉਸ ਟਾਈਮ ਪ੍ਰਾਪਤ ਹੋਇਆ। ਫਿਰ ਇੱਕ ਟਾਈਮ ਇੱਦਾਂ ਦਾ ਵੀ ਆਇਆ ਕਾਲਜ ਦਾ, ਆਈ ਥਿੰਕ ਉਹ 7th ਸਮੈਸਟਰ ਸੀਗਾ, ਜਦੋਂ ਮੇਰੇ ਕੋਲ ਇੰਨੇ ਵੀ ਪੈਸੇ ਨਹੀਂ ਸੀ ਕਿ ਮੈਂ ਕਾਲਜ ਦਾ ਮਤਲਬ ਕਿਰਾਇਆ ਵੀ ਕੱਢ ਸਕਾਂ ਵੀ ਕਿਵੇਂ ਜਾਣਾ ਹੈ। ਮੈਂ ਪਾਪਾ ਨੂੰ ਇਹ ਕਹਿਣਾ ਕਿ ਪਾਪਾ ਕਾਲਜ ਪੜ੍ਹਾਈ ਨਹੀਂ ਹੁੰਦੀ, ਮੈਂ ਆਪੇ ਘਰ ਪੜ੍ਹ ਲਾਂਗੀ। ਮੈਨੂੰ ਪਤਾ ਸੀ
ਤਾਂ ਬਸ ਉਸ ਵਕਤ ਮੈਂ ਮਤਲਬ YouTube ਤੋਂ ਦੇਖ ਕੇ ਕਦੀ ਸਟੱਡੀ ਕਰਨੀ, ਬਟ ਮੈਂ ਕਿਸੇ ਨਾਲ ਸ਼ੇਅਰ ਨਹੀਂ ਕੀਤੀ ਕਾਲਜ ਵੀ ਇਹ ਗੱਲ, ਕਿਉਂਕਿ ਮੈਨੂੰ ਸੀਗਾ ਆਲਰੇਡੀ ਮੇਰੀ ਫੀਸ ਕੋਈ ਪੇ ਕਰ ਰਿਹਾ ਤੇ ਮੇਰੇ ਸਿਰ ਤੇ ਬਹੁਤ ਜ਼ਿਆਦਾ ਬਰਡਨ ਸੀ ਇੱਕ, ਕਿ ਮੈਂ ਟੌਪ ਕਰਨਾ। ਮੈਂ ਕਾਲਜ ਕਿਸੇ ਚੀਜ਼ ਵੱਲ ਹੋਰ ਧਿਆਨ ਹੀ ਨਹੀਂ ਦਿੱਤਾ। ਤਾਂ ਇੱਕ ਮੇਰੇ ਸਿਰ ਤੇ ਪਾਪਾ ਨੇ ਹੋਰ ਸੀ ਕਿ ਆਪਾਂ ਟੌਪ ਤਾਂ ਕਰਨਾ ਯੂਨੀਵਰਸਿਟੀ, ਬਟ 골ਡ ਮੈਡਲ ਵੀ ਲੈ ਕੇ ਆਉਣਾ ਹੈ। ਤਾਂ ਉਹੀ ਬੱਚੇ ਨੂੰ ਮਿਲਦਾ ਸੀ ਜਿਹੜਾ ਸਾਰੇ ਸਮੈਸਟਰਸ ਦੇ ਵਿੱਚ ਟੌਪ ਕਰਦਾ ਸੀ। ਤਾਂ ਫਾਈਨਲੀ 10th ਸਮੈਸਟਰ ਵਿੱਚ ਮੇਰੀ ਖੁਦ ਦੀ ਮਿਹਨਤ ਜਾਂ ਟੀਚਰਸ ਦੀ ਬਹੁਤ ਜ਼ਿਆਦਾ ਸਪੋਰਟ ਦੇ ਨਾਲ ਮੈਂ ਫਾਈਨਲੀ ਓਵਰਆਲ GND ਯੂਨੀਵਰਸਿਟੀ ਦੇ ਵਿੱਚ ਫਸਟ ਆਈ। ਤਾਂ ਉਸ ਤੋਂ ਬਾਅਦ ਹੁਣ ਗੱਲ ਫਿਰ ਉੱਥੇ ਆ ਕੇ ਅਟਕ ਗਈ। ਬਥੇਰੇ ਲੋਕ ਘਰੇ ਆਏ, ਉਹਨਾਂ ਨੇ ਮੇਰਾ ਸਨਮਾਨ ਕੀਤਾ ਵੀ ਕੁੜੀ ਦਾ 골ਡ ਮੈਡਲ ਆਇਆ, ਵੀ ਅਸੀਂ ਤੇਰੀ ਹੈਲਪ ਕਰਾਂਗੇ, ਤੈਨੂੰ ਚੰਡੀਗੜ੍ਹ ਤੋਂ ਕੋਚਿੰਗ ਦਿਵਾਵਾਂਗੇ। ਬਟ ਕਹਿਣ ਤੇ ਕਰਨ ਦੇ ਵਿੱਚ ਬਹੁਤ ਫਰਕ ਹੁੰਦਾ ਹੈ। ਤੇ ਬਸ ਉਹ ਟਾਈਮ ਸੀਗਾ ਕਿ ਇਹੀ ਜਗ੍ਹਾ ਸੀ, ਇੱਥੇ ਸਾਰੇ ਖੜੇ ਸੀ ਜਦੋਂ ਮੈਨੂੰ ਸਰੋਪਾ ਪਾ ਕੇ ਗਏ ਵੀ ਅਸੀਂ ਕਰਾਵਾਂਗੇ। ਉਸ ਤੋਂ ਬਾਅਦ ਕਿਸੇ ਦੀ ਕੋਈ ਕੋਲ ਨਹੀਂ ਆਈ, ਕੁਝ ਨਹੀਂ ਹੋਇਆ। ਮੇਰੇ ਪਾਪਾ ਬੜੇ ਪਰੇਸ਼ਾਨ ਕਿ ਪੁੱਤਰ ਸੈਲਫ ਸਟੱਡੀ ਨਾਲ ਕਰਨਾ ਤਾਂ ਬਹੁਤ ਔਖਾ ਹੋਏਗਾ, ਕਿਉਂਕਿ ਉਹ ਬੱਚੇ ਜਿਹੜੇ ਚੰਡੀਗੜ੍ਹ ਵਰਗੀ ਯੂਨੀਵਰਸਿਟੀ ਜਾਂ ਦਿੱਲੀ ਦੇ ਵਿੱਚ ਪੜ੍ਹਦੇ ਨੇ, ਆਪਾਂ ਕਿਵੇਂ ਉਹਨਾਂ ਨਾਲ ਕੰਪੀਟ ਕਰ ਸਕਾਂਗੇ ਇੰਨੀਆਂ ਵੱਡੀ ਵੱਡੀ ਯੂਨੀਵਰਸਿਟੀ ਦੇ ਵਿੱਚ। ਤਾਂ ਉਸ ਟਾਈਮ ਵੀ ਮੇਰਾ ਜਜ਼ਬਾ ਸੀਗਾ ਕਿ ਪਾਪਾ ਮੈਂ ਸੈਲਫ ਸਟੱਡੀ ਕਰ ਲਾਂਗੀ, ਬਟ ਮੈਨੂੰ ਪਤਾ ਸੀ 1.5 ਲੱਖ ਜਾਂ ਲੱਖ ਅਫੋਰਡ ਕਰਨਾ ਬਹੁਤ ਔਖਾ, ਵੀ ਜਿਹੜੇ ਆਪਾਂ 30,000 ਫੀਸ ਨਹੀਂ ਦੇ ਸਕਦੇ ਸੀ, ਆਪਾਂ ਕਿਵੇਂ ਕਰਾਂਗੇ। ਬਸ ਕੋਚਿੰਗ ਕਿਵੇਂ ਲਈ? ਮੈਂ ਸਵਾਲ ਪੁੱਛਣਾ ਚਾਹੂੰਗੀ ਕਿ ਤੁਸੀਂ ਦੱਸਿਆ ਕਿ ਜਿਹੜੀ ਤੁਹਾਨੂੰ ਕੋਚਿੰਗ ਵੀ ਮਿਲੀ ਉਹ ਵੀ ਤੁਸੀਂ ਫ੍ਰੀ ਆਫ ਕਾਸਟ ਹੀ ਤੁਹਾਨੂੰ ਕਰਵਾਈ ਗਈ ਹੈ, ਤਾਂ ਉਹ ਫਿਰ ਕਿਵੇਂ ਕਨੈਕਸ਼ਨ ਜੁੜਿਆ ਉਹਨਾਂ ਦੇ ਨਾਲ? ਚੰਡੀਗੜ੍ਹ ਜਾ ਕੇ ਪੜ੍ਹਦੇ ਹੋ, ਕਿਵੇਂ ਦਾ ਉਹ ਸਫ਼ਰ ਸੀ ਤੁਹਾਡਾ? ਮੈਮ ਉਹੀ ਜਿਵੇਂ ਇੱਕ ਫਰਿਸ਼ਤਾ ਰੱਬ ਨੇ ਪਹਿਲੇ ਭੇਜਿਆ, ਇਦਾਂ ਹੀ ਮਤਲਬ ਮੇਰੀ ਲਗਨ 'ਚ ਦਮ ਸੀਗਾ ਤੇ ਇੱਕ ਹੋਰ ਫਰਿਸ਼ਤਾ ਰੱਬ ਨੇ ਭੇਜਿਆ। ਇੱਕ ਦਿਨ ਮੈਂ ਮਤਲਬ ਸੁੱਤੀ ਉੱਠੀ ਸੀ ਤਾਂ ਮੇਰੇ ਫੋਨ ਤੇ ਇੱਕ ਮੈਸੇਜ ਆਇਆ ਇੱਕ ਗਰੁੱਪ ਦੇ ਵਿੱਚ ਕਿ ਉਹ ਬੱਚੇ ਨੀਡੀ ਜਿਹੜੇ ਕਿ ਫੀਸ ਨੂੰ ਅਫੋਰਡ ਨਹੀਂ ਕਰ ਸਕਦੇ ਕੋਚਿੰਗ ਫੀਸ, ਉਹਨਾਂ ਲਈ ਫ੍ਰੀ ਕੋਚਿੰਗ ਇੱਕ ਸਟਾਰਟ ਕੀਤੀ ਗਈ। ਬਟ ਉਹਦੇ ਲਈ ਕ੍ਰਾਈਟੇਰੀਆ ਸੀਗਾ ਕਿ ਬੱਚਾ ਇੰਟੈਲੀਜੈਂਟ ਹੋਣਾ ਚਾਹੀਦਾ ਹੈ। ਤਾਂ ਉਹਨਾਂ ਨੇ ਦਿੱਤਾ ਸੀਗਾ ਕਿ ਇਹ ਐਡਵੋਕੇਟ ਹੈ ਹਾਈ ਕੋਰਟ ਦੇ ਪੰਜਾਬ ਐਂਡ ਹਰਿਆਣਾ, ਇਸ ਨੰਬਰ ਤੇ ਕਾਲ ਕਰੋ। ਦੈਨ ਮੈਂ ਉਹਨਾਂ ਨੂੰ ਕਾਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਬੇਟਾ ਤੁਸੀਂ ਆ ਜਾਓ। ਮੈਂ ਕਿਹਾ ਸਰ ਆ ਤਾਂ ਮੈਂ ਜਾਵਾਂਗੀ, ਬਟ ਮੇਰੇ ਕੋਲ ਤਾਂ ਉੱਥੇ ਦੇ ਜਿਹੜੇ ਐਕਸਪੈਂਸਿਸ ਬੀਅਰ ਕਰਨ ਦੇ ਵੀ ਨਹੀਂ ਹੈ, ਮਤਲਬ ਮੈਂ ਨਹੀਂ ਅਫੋਰਡ ਕਰ ਸਕਦੀ ਚੰਡੀਗੜ੍ਹ ਦਾ ਖਰਚਾ 7 ਤੋਂ 8 ਹਜ਼ਾਰ ਪਰ ਮੰਥ। ਉਹ ਕਹਿੰਦੇ ਬੇਟਾ ਤੁਸੀਂ 2 ਮਹੀਨੇ ਦਾ ਲੈ ਕੇ ਆ ਜਾਓ, ਬਾਕੀ ਆਪਾਂ ਦੇਖ ਲਾਂਗੇ ਉੱਥੇ ਜਿੱਦਾਂ ਵੀ ਹੋਇਆ। ਤਾਂ ਦੈਨ ਚਲੋ ਦਿਲ ਤੇ ਪੱਥਰ ਆ ਕੇ ਪਾਪਾ ਨੇ ਵੀ ਕਿਹਾ ਵੀ ਭੇਜ ਦਿੱਤਾ ਉਸ ਟਾਈਮ ਅਫੋਰਡ ਕਰਕੇ ਜਿੱਦਾਂ ਵੀ। ਤਾਂ ਮਤਲਬ ਥੋੜਾ ਟਾਈਮ ਉੱਥੇ ਕੱਢਿਆ। ਤਾਂ ਰੈਂਟ ਫਿਰ 2-3 ਮਹੀਨੇ ਬਾਅਦ ਪ੍ਰੋਬਲਮ ਤਾਂ ਆ ਨਹੀਂ ਸੀ। ਫਿਰ ਸਭ ਤੋਂ ਜ਼ਿਆਦਾ ਅਗਰ ਉਸ ਚੀਜ਼ ਦੇ ਵਿੱਚ ਮੈਨੂੰ ਸਪੋਰਟ ਮਿਲੀ ਤਾਂ ਮੇਰੀ ਸਿਸਟਰ ਤੇ ਮੇਰੇ ਜੀਜੂ ਦੀ ਮਿਲੀ, ਜਿਹੜੇ ਹਰ ਮਹੀਨੇ ਮੇਰੇ ਅਕਾਊਂਟ ਦੇ ਵਿੱਚ ਮੈਨੂੰ ਮੇਰਾ ਰੈਂਟ ਵਗੈਰਾ ਜੋ ਵੀ ਖਰਚਾ ਸੀ ਉਹ ਭੇਜਦੇ ਰਹੇ। ਤੇ ਜਿਹੜੇ ਉੱਥੇ ਸਰ ਸੀ ਉਹਨਾਂ ਨੇ ਕਮੀ ਨਹੀਂ ਆਉਣ ਦਿੱਤੀ ਕਿਸੇ ਚੀਜ਼ ਦੀ, ਸਬਜ਼ੀਆਂ ਤੱਕ ਖਰੀਦ ਕੇ ਸਾਨੂੰ ਦਿੰਦੇ ਸੀ ਕਿ ਚੱਲ ਬੱਚਿਆਂ ਦੇ ਘੱਟ ਤੋਂ ਘੱਟ ਬਚਣ, ਮਤਲਬ ਫਾਈਨੈਂਸ਼ਲੀ ਤਨ ਤੋਂ ਮਨ ਤੋਂ ਤਨ ਤੋਂ ਜਿੰਨੀ ਹੈਲਪ ਹੋਈ ਉਹਨਾਂ ਨੇ ਕੀਤੀ। ਤਾਂ ਸਰ ਰਾਤੀ 1 ਵਜੇ ਤੱਕ ਜਾ ਕੇ ਸਾਡੇ ਲਈ ਨੋਟਸ ਪ੍ਰਿਪੇਅਰ ਕਰਦੇ ਸੀ, ਉਹ ਦਿੰਦੇ ਸੀ। ਮਤਲਬ ਅਗਰ ਮੈਂ ਕਹੂੰਗੀ ਕਿ ਡਿਫਰੈਂਸ ਕੀ ਹੈ ਪ੍ਰੋਫੈਸ਼ਨਲ ਇੰਸਟੀਚਿਊਟ ਤੇ ਉਹਨਾਂ ਦੇ ਵਿੱਚ, ਉਹਨਾਂ ਨੇ ਸਾਨੂੰ ਆਪਣੇ ਬੱਚੇ ਸਮਝਿਆ, ਇੱਕ ਅਡੋਪਟ ਕੀਤਾ ਜਿਵੇਂ। ਤੇ ਉਹਨਾਂ ਨੇ ਇਹ ਚਾਹਿਆ ਕਿ ਇਹ ਨਹੀਂ ਦੱਸਿਆ ਸਾਨੂੰ ਵਟ ਟੂ ਸਟੱਡੀ ਵੀ ਕੀ ਪੜ੍ਹਨਾ ਹੈ, ਬਸ ਇਹ ਦੱਸਿਆ ਹਾਊ ਟੂ ਸਟੱਡੀ, ਪੜ੍ਹਨਾ ਕਿਵੇਂ ਹੈ। ਬਸ ਮਿਹਨਤ ਸਾਡੀ ਸੀ, ਉਹਨਾਂ ਦਾ ਇੱਕ ਤਰੀਕਾ ਜਿਹੜਾ ਸੀਗਾ ਉਹਨੇ ਸਾਨੂੰ ਅੱਜ ਇਸ ਮੰਜ਼ਿਲ ਤੱਕ ਪਹੁੰਚਾਇਆ। ਬਸ ਫਿਰ ਕਰੋਨਾ ਦਾ ਟਾਈਮ ਸ਼ੁਰੂ ਹੋ ਗਿਆ, ਫਰਸਟ੍ਰੇਸ਼ਨ ਬਹੁਤ ਸੀ ਕਿ ਟਾਈਮ ਲੰਘੀ ਜਾ ਰਿਹਾ, ਪੇਪਰ ਆ ਨਹੀਂ ਰਹੇ, ਮੈਂ ਪੜ੍ਹੀ ਵੀ ਜਾ ਰਹੀ, ਮਿਹਨਤ ਵੀ ਕਰ ਰਹੀ ਹਾਂ, ਬਟ ਕੁਝ ਹੋ ਨਹੀਂ ਰਿਹਾ। ਔਰ ਉਹ ਫੇਸ ਬਹੁਤ ਔਖਾ ਸੀ ਲਾਈਫ ਦਾ ਅਗਰ ਮੈਂ ਕਹਾਂ ਤਾਂ। ਕਰੋਨਾ ਦੇ ਵਿੱਚ ਤਾਂ ਕੰਮ ਉੱਦਾਂ ਹੀ ਵੱਡਿਆਂ ਦੇ ਬੰਦ ਸੀ, ਤਾਂ ਸਾਡਾ ਤਾਂ ਕੁਝ ਇੰਨਾ ਹੈ ਵੀ ਨਹੀਂ ਸੀਗਾ। ਤਾਂ ਥੋੜਾ ਬਹੁਤ ਮਤਲਬ ਜਿੱਦਾਂ ਸੀ ਕਿਸੇ ਦੀ ਹੈਲਪ ਮਿਲੀ ਜਾਂ ਰਾਸ਼ਨ ਘਰ ਦਾ ਮਸਾ ਆਣਾ, ਉਹ ਤੋਂ ਪਾਪਾ ਨੇ ਕਹਿਣਾ ਬੇਟਾ ਪੇਪਰ ਨਹੀਂ ਨਿਕਲੇ। ਹੋਰ ਕੋਈ ਜੋਬ ਮੈਂ ਮਤਲਬ ਕਿੱਦਾਂ ਕਰਦੀ, ਕੁਝ ਸਮਝ ਨਹੀਂ ਆ ਰਹੀ ਸੀ ਕਿ ਮੈਂ ਕਰਨਾ ਕਿਵੇਂ ਹੈ। ਬਸ ਉਹ ਟਾਈਮ ਵੀ ਪਰਮਾਤਮਾ ਦੀ ਮਿਹਰ ਦੇ ਨਾਲ ਨਿਕਲਿਆ। ਪਰ ਮੈਂ ਇੱਕ ਗੱਲ ਕਹੂੰਗੀ, ਉਹ ਸਾਰੇ ਬੱਚੇ ਜੋ ਅੱਜ ਸੁਣ ਰਹੇ ਆ ਜਾਂ ਜੋ ਵੀ ਤਿਆਰੀ ਕਰ ਰਹੇ ਆ, ਇੱਕ ਚੀਜ਼ ਜੋ ਮੈਨੂੰ ਆਪਣੇ ਵਿੱਚ ਲੱਗੀ, ਕੰਟੀਨਿਊਟੀ ਤੇ ਕੰਸਿਸਟੈਂਸੀ। ਮੇਰੀ ਲਾਈਫ 'ਚ ਜੋ ਵੀ ਪ੍ਰੋਬਲਮ ਆਈ 2019 ਤੋਂ ਲੈ ਕੇ ਜਿਸ ਦਿਨ ਤੱਕ ਮੇਰਾ ਰਿਜ਼ਲਟ ਨਹੀਂ ਆਇਆ ਜਾਂ ਮੇਰੀ ਫਾਈਨਲ ਇੰਟਰਵਿਊ ਤੱਕ, ਮੈਂ ਪੜ੍ਹਾਈ ਨਹੀਂ ਛੱਡੀ। ਮੇਰੇ ਘਰ ਵਿਆਹ ਹੈ, ਮੈਂ ਕਿਤੇ ਟਰੈਵਲ ਕਰ ਰਹੀ ਹਾਂ, ਬੁੱਕਸ ਮੇਰੇ ਨਾਲ ਨੇ, ਮੇਰੇ ਦਿਮਾਗ 'ਚ ਮੇਰੀ ਪੜ੍ਹਾਈ ਚੱਲ ਰਹੀ ਹੈ, ਮੇਰੇ ਕੰਨਾਂ 'ਚ ਹੈੱਡਫੋਨ ਲੱਗੇ। ਮਤਲਬ ਇੱਕ ਦਿਨ ਦਾ ਮੇਰਾ ਜੋ ਸਕੈਜਿਊਲ ਹੁੰਦਾ ਸੀਗਾ ਕਿ ਮੈਂ ਅੱਜ ਦੇ ਦਿਨ 'ਚ ਇਹ ਪੜ੍ਹਨਾ ਹੈ, ਮੈਂ ਉਹਨੂੰ ਖਰਾਬ ਨਹੀਂ ਹੋਣ ਦਿੰਦੀ ਸੀ। ਜੋ ਘਰ ਦੀਆਂ ਪ੍ਰੋਬਲਮਸ ਉਹ ਸਾਈਡ 'ਤੇ ਰੱਖ ਕੇ ਬਸ ਪੜ੍ਹਦੀ ਸੀ। ਤੇ ਇੱਕ ਸਾਡੀ ਜੁਆਇੰਟ ਫੈਮਿਲੀ ਹੈ, ਜਿਵੇਂ ਤੁਸੀਂ ਦੇਖ ਰਹੇ ਹੋ ਵੀ ਘਰ 'ਚ ਰੋਲਾ ਬੱਚਿਆਂ ਦਾ ਵੀ, ਤਾਂ ਆ ਕੰਧ ਟੱਪ ਕੇ ਮੈਂ ਕੋਠੇ ਬਹਿ ਕੇ ਵੀ ਪੜ੍ਹਦੀ ਰਹੀ ਹਾਂ, ਵੀ ਇਹ ਟਾਈਮ ਵੀ ਸੀਗਾ। ਤਾਂ ਫਾਈਨਲੀ ਬਸ ਫਿਰ ਮੈਂ ਪ੍ਰੀਲਿਮਸ ਕਲੀਅਰ ਕੀਤਾ, ਤਾਂ ਮੀਨਸ ਲਈ ਵੀ ਥੋੜਾ ਟਾਈਮ ਮਿਲ ਗਿਆ, ਆਨਸਰ ਰਾਈਟਿੰਗ ਦੀ ਪ੍ਰੈਕਟਿਸ ਵਗੈਰਾ ਕੀਤੀ। ਮੀਨਸ ਤੋਂ ਬਾਅਦ ਫਾਈਨਲੀ ਇੰਟਰਵਿਊ ਕਲੀਅਰ ਕੀਤੀ, ਤਾਂ ਅੱਜ ਇਸ ਮੁਕਾਮ ਤੇ ਪਹੁੰਚੀ ਹਾਂ। ਅੰਕਲ ਪਹਿਲਾ ਰਿਐਕਸ਼ਨ ਕੀ ਸੀ ਤੁਹਾਡਾ ਜਦੋਂ ਬੇਟੀ ਦਾ ਰਿਜ਼ਲਟ ਆਇਆ, ਪਤਾ ਲੱਗਾ ਕਿ ਸੁਪਨਾ ਪੂਰਾ ਹੋ ਗਿਆ, ਜੋ ਮੈਂ ਬਣਾਉਣਾ ਚਾਹੁੰਦਾ ਸੀ ਅਸਲ 'ਚ ਧੀ ਉਹ ਬਣ ਗਈ? ਸਭ ਤੋਂ ਪਹਿਲਾਂ ਤਾਂ ਮੇਰਾ ਉਸ ਸਮੇਂ ਰੋਣ ਹੀ ਨਿਕਲ ਗਿਆ ਸੀਗਾ ਕਿ ਸਾਡੀ ਔਕਾਤ ਨਹੀਂ ਸੀ, ਅਸੀਂ ਕਿੱਥੇ ਥਾਂ। ਤੇ ਉਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਔਰ ਸਾਨੂੰ ਐਡਾ ਵੱਡਾ ਫਲ ਦੇ ਦਿੱਤਾ ਹੈ ਕਿ ਮੇਰੇ ਵਰਗੇ ਗਰੀਬ ਦੀ ਧੀ ਨੂੰ ਜੱਜ ਬਣਾਤਾ ਹੈ ਔਰ ਮੈਨੂੰ ਜੱਜ ਦਾ ਬਾਪ। ਬਹੁਤ ਮਨ ਖੁਸ਼ ਸੀਗਾ, ਬਹੁਤ ਖੁਸ਼ ਸੀ, ਜਿਹੜੇ ਲਫ਼ਜ਼ ਮੈਂ ਤੁਹਾਨੂੰ ਦੱਸ ਨਹੀਂ ਸਕਦਾ।
ਇਹਨਾਂ ਦੱਸਿਆ ਕਿ ਕੱਪੜੇ ਦੀ ਫੇਰੀ ਲਗਾਉਣ ਜਾਂਦੇ ਸੀ ਤੁਸੀਂ ਤੇ ਉਹਦਾ ਧੀ ਨੂੰ ਪੜਾਇਆ, ਤਾਂ ਕਿਹੜੀਆਂ ਔਕੜਾਂ ਬਾਪ ਨੇ ਝੱਲੀਆਂ ਬੀਇੰਗ ਅ ਫਾਦਰ? ਕੀ ਮਨ ਦੇ ਵਿੱਚ ਉਸ ਟਾਈਮ ਤੇ ਤਮੰਨਾ ਸੀ, ਕੀ ਮਨ ਦੇ ਵਿੱਚ ਉਸ ਟਾਈਮ ਜਜ਼ਬਾਤ ਕੀ ਸੀਗੇ? ਬਸ ਇਹੀ ਸੋਚਦਾ ਸੀਗਾ ਵੀ ਕਿਸੇ ਨਾ ਕਿਸੇ ਤਰ੍ਹਾਂ ਕਿਤੋਂ ਨਾ ਕਿਤੋਂ ਪੈਸੇ ਕਦੀ ਫੜਨੇ ਵੀ ਪੈਂਦੇ ਸੀ। ਕਈ ਵਾਰੀ ਆ ਕੇ ਦੀ ਮੰਮੀ ਨੂੰ ਨਾ ਦੱਸਣਾ ਜਾਂ ਇਹਨੂੰ ਵੀ ਨਾ ਦੱਸਣਾ ਤਾਂ ਕਿ ਇੱਥੇ ਕੋਈ ਬੋਝ ਨਾ ਪੈ ਜਾਵੇ। ਕਈਆਂ ਕੋਲੋਂ ਵਿਆਜੀ ਵੀ ਫੜਨੇ, ਕਈਆਂ ਸੱਜਣਾ ਮਿੱਤਰਾਂ ਨੂੰ ਪਰਖਿਆ, ਪਰ ਬਹੁਤੇ ਸਾਥ ਛੱਡ ਗਏ ਸਨ। ਕਿਉਂਕਿ ਜਦੋਂ ਬੰਦੇ ਕੋਲ ਪੈਸੇ ਹੁੰਦੇ ਆ ਨਾ, ਉਦੋਂ ਦੇਣ ਵਾਲੇ ਵੀ ਬੜੇ ਆ ਜਾਂਦੇ ਆ, ਪਰ ਜਦੋਂ ਉਹਨਾਂ ਨੂੰ ਪਤਾ ਹੁੰਦਾ ਵੀ ਉਹ ਮੋੜੇਗਾ ਕਿੱਥੋਂ, ਖਰੇ ਕੁੜੀ ਨੇ ਜੱਜ ਬਣਨਾ ਕਿ ਨਹੀਂ, ਤਾਂ ਸਭ ਪਿੱਛੇ ਹਟ ਜਾਂਦੇ ਆ। ਫਿਰ ਮੈਂ ਇਹੀ ਸੋਚਦਾ ਪਰਮਾਤਮਾ ਨੇ ਉਹ ਸਮਾਂ ਹੀ ਤਾਂ ਲਿਆਂਦਾ ਸੀ ਤਾਂ ਕਿ ਸਾਨੂੰ ਆਪਣਿਆਂ ਤੇ ਬਗਾਨਿਆਂ ਦੀ ਪਹਿਚਾਣ ਹੋ ਸਕੇ। ਉਸ ਟਾਈਮ ਮੇਰਾ ਜਵਾਈ, ਜਿਵੇਂ ਬੇਟੀ ਨੇ ਦੱਸਿਆ ਹੈ, ਔਰ ਮੇਰੇ ਸਾਲਾ ਸਾਹਿਬ ਜੋ ਬੇਟੀ ਦੇ ਮਾਮਾ ਜੀ, ਉਹਨਾਂ ਨੇ ਥੋੜੀ ਮਦਦ ਕਰਨੀ, ਕਿਉਂਕਿ ਸਾਰੇ ਵੀ ਆਪਣੇ ਘਰ ਹੈਂਡ ਟੂ ਮਾਊਥ ਹੀ ਸਨ। ਤੇ ਉਸ ਮਦਦ ਨਾਲ ਪੌੜੀ ਦਰ ਪੌੜੀ ਚੜ੍ਹਦੀ ਰਹੀ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਇਸ ਮੁਕਾਮ ਤੇ ਪਹੁੰਚੀ ਹੈ। ਤਾਂ ਜਸਮੀਤ ਨਾਲ ਗੱਲਬਾਤ ਕੰਟੀਨਿਊ ਕਰਦੇ ਆ। ਕਹਿੰਦੇ ਤੁਸੀਂ ਲਿਖਦੇ ਵੀ ਬੜਾ ਸੋਹਣਾ ਹੋ, ਆਪਣੀ ਜ਼ਿੰਦਗੀ ਨੂੰ ਇੱਕ ਪੋਇਮ ਦੇ ਵਿੱਚ ਮਤਲਬ ਤੁਸੀਂ ਪਰੋਇਆ। ਤੇ ਮੈਂ ਚਾਹੂੰਗੀ ਕਿ ਸਾਡੇ ਦਰਸ਼ਕਾਂ ਦੀ ਨਜ਼ਰ ਕਿ ਜਸਮੀਤ ਦੀ ਅਸਲ ਜ਼ਿੰਦਗੀ ਕੀ ਸੀ, ਮੈਂ ਚਾਹੁੰਦੀ ਹਾਂ ਕਿ ਉਹ ਦਰਸ਼ਕਾਂ ਦੇ ਰੂਬਰੂ ਕਰੋ। ਹਾਂਜੀ, ਮੈਂ ਮਤਲਬ ਆਪਣੀ ਜਿਹੜੀ ਸਟੋਰੀ ਹੈ ਇਹਨੂੰ ਨਾਮ ਦਿੱਤਾ ਹੈ ਜਨਮ ਤੋਂ ਜੱਜ ਤੱਕ ਦਾ ਸਫ਼ਰ, ਜੋ ਮੈਂ ਹੁਣ ਦੱਸ ਰਹੀ ਹਾਂ। ਦੂਜੀ ਕੁੜੀ ਸੀ ਮੈਂ ਤਾਂ ਜੰਮਨ ਮੇਰੇ ਤੇ ਮਾਂ ਮੇਰੀ ਰੋਈ ਸੀ। ਕਰਨਾ ਹੈ ਇਸ ਨਾਮ ਉੱਚਾ ਸਾਡਾ, ਸੋਝੀ ਇਸ ਗੱਲ ਦੀ ਉਦੋਂ ਕਿਸੇ ਨੂੰ ਨਾ ਹੋਈ ਸੀ। ਸ਼ਰਾਰਤਾਂ ਤੇ ਜ਼ਿੱਦੀ ਪੁਣੇ 'ਚ ਮੈਂ ਬਚਪਨ ਹੀ ਆਪਣਾ ਲੰਘਾਇਆ ਸੀ। ਪਾਪਾ ਦੀ ਲਾਡਲੀ ਸੀ ਮੈਂ, ਤਾਂ ਹੀ ਤਾਂ ਹਰ ਚੀਜ਼ ਨੂੰ ਬਿਨ ਮੰਗੇ ਮੈਂ ਪਾਇਆ ਸੀ। ਬਸ ਫਿਰ ਪੈਸੇ ਵੱਲੋਂ ਟਾਈਮ ਮਾੜਾ ਸਾਡੇ ਤੇ ਆਇਆ ਸੀ। ਜਿਨ੍ਹਾਂ ਰਿਸ਼ਤਿਆਂ ਖਾਤਰ ਪਿਤਾ ਮੇਰੇ ਗਵਾਇਆ ਸੀ ਸਭ, ਉਹਨਾਂ ਨੂੰ ਔਖੇ ਸਮੇਂ 'ਚ ਦੂਰ ਖੁਦ ਤੋਂ ਪਾਇਆ ਸੀ। ਦੇਖ ਕੇ ਇਹ ਸਭ ਜਜ਼ਬਾ ਕੁਝ ਕਰਨ ਦਾ ਅੰਦਰ ਮੇਰੇ ਆ ਗਿਆ, ਜੋ ਮੈਨੂੰ ਦੁਨੀਆ ਦੇ ਐਸ਼ੋ ਆਰਾਮ ਸਭ ਭੁਲਾ ਗਿਆ। ਮਾਂ ਨੇ ਵੇਚ ਕੇ ਵਾਲੀਆ 12ਵੀਂ 'ਚ ਜਦ ਫੀਸ ਮੇਰੀ ਭਰੀ ਸੀ। ਬਹੁਤ ਲੰਬਾ ਸੀ ਸਫ਼ਰ ਮੇਰਾ, ਇਹ ਤਾਂ ਹੱਲੇ ਮੈਂ ਪਹਿਲੀ ਪੌੜੀ ਉੱਤੇ ਖੜੀ ਸੀ। ਬਣਨਾ ਹੈ ਜੱਜ ਮੇਰੀ ਧੀ ਨੇ, ਇਹ ਪਿਤਾ ਮੇਰੇ ਨੇ ਚਾਹਿਆ ਸੀ। ਦੇ ਕੇ ਫੀਸ 5 ਸਾਲ ਲੋਹ ਦੀ, ਕਿਸੇ ਫਰਿਸ਼ਤੇ ਨੇ ਮੈਨੂੰ ਪੜ੍ਹਾਇਆ ਸੀ। ਤਿਆਗ ਕੇ ਐਸ਼ ਆਰਾਮ ਮੈਂ ਟੋਪ ਕਾਲਜ 'ਚ ਕਰਦੀ ਗਈ। ਇਸ ਤਰ੍ਹਾਂ ਮੰਜ਼ਿਲ ਤੱਕ ਪਹੁੰਚਣ ਲਈ ਮੈਂ ਪੌੜੀ ਇੱਕ ਇੱਕ ਕਰ ਚੜ੍ਹਦੀ ਰਹੀ। ਕਾਲਜ ਜਾਣ ਲਈ ਨਾ ਹੁੰਦੇ ਸੀ ਪੈਸੇ, ਐਸਾ ਟਾਈਮ ਵੀ ਰੱਬ ਨੇ ਦਿਖਾਇਆ ਸੀ। ਔਖਾ ਸੀ ਰਾਸ਼ਨ ਘਰ ਦਾ ਲਿਆਣਾ, ਪਰਮਾਤਮਾ ਦੀ ਕਿਰਪਾ ਨਾਲ ਇਹ ਟਾਈਮ ਵੀ ਅਸੀਂ ਲੰਘਾਇਆ ਸੀ। ਕਿਵੇਂ ਲੈਣੀ ਹੈ ਕੋਚਿੰਗ PCS ਦੀ, ਇਸ ਗੱਲ ਤੋਂ ਪਿਤਾ ਮੇਰੇ ਪਰੇਸ਼ਾਨ ਸੀ। ਮਿਲਿਆ ਇੱਕ ਹੋਰ ਫਰਿਸ਼ਤਾ ਜਿਸ ਦਿੱਤੀ ਫ੍ਰੀ ਕੋਚਿੰਗ, ਹਰ ਕਦਮ ਤੇ ਦਿੱਤਾ ਸਾਥ ਮੇਰਾ, ਮੈਨੂੰ ਰੱਬ ਆਪਣੇ ਤੇ ਮਾਣ ਸੀ। 3 ਸਾਲ ਜੀ ਜਾਨ ਨਾਲ ਕੀਤੀ ਤਿਆਰੀ, ਉਡੀਕ ਸੀ ਜਿਸ ਦੀ ਇੰਨੇ ਸਾਲਾਂ ਤੋਂ, ਦਿਨ ਉਹ ਅੱਜ ਫਿਰ ਆਇਆ ਏ। ਬਹੁਤ ਲੋਕ ਕਹਿਣਗੇ ਕਿਸਮਤ ਚੰਗੀ ਇਹਦੀ, ਜੋ ਪਹਿਲੀ ਵਾਰ 'ਚ ਇਹਨੇ ਪੇਪਰ ਕਰਕੇ ਕਲੀਅਰ ਦਿਖਾਇਆ ਏ। ਆਪਣੇ ਸ਼ੌਂਕ ਚਾਅ ਸਭ ਦੱਬ ਕੇ ਰੱਖੇ, ਸੌਖਾ ਮੈਂ ਕੁਝ ਵੀ ਨਾ ਪਾਇਆ ਏ। ਮਿਹਨਤ ਦਾ ਗਹਿਣਾ ਪਾ, ਸੁਪਨੇ ਆਪਣੇ ਨਾਲ ਵਿਆਹ ਕਰਵਾਉਣਾ। ਜਸਮੀਤ ਤੋਂ ਜੱਜ ਤੱਕ ਦੇ ਸਫ਼ਰ ਨੇ ਬਹੁਤ ਕੁਝ ਮੈਨੂੰ ਸਿਖਾਇਆ ਏ। ਸੱਚ ਦੇ ਰਾਹ ਤੇ ਚੱਲਾ ਹਰਦਮ, ਤੇ ਵਿਚਾਰ ਤੇ ਸੋਚ ਨੂੰ ਉੱਚਾ ਰੱਖ ਕੇ ਮੈਂ ਜੱਜ ਦੀ ਕੁਰਸੀ ਤੇ ਬਹਿਣਾ ਏ। ਪਰਮ ਜਿਸ ਵੀ ਦਿੱਤਾ ਸਾਥ ਇਸ ਸਫ਼ਰ 'ਚ, ਕੋਮਲ ਨੇ ਸਾਰੀ ਜ਼ਿੰਦਗੀ ਕਰਜ਼ਦਾਰ ਉਹਨਾਂ ਦੀ ਰਹਿਣਾ ਏ। ਜਸਮੀਤ ਨੇ ਸਾਰੀ ਜ਼ਿੰਦਗੀ ਕਰਜ਼ਦਾਰ ਉਹਨਾਂ ਦੀ ਰਹਿਣਾ ਏ। ਧੰਨਵਾਦ। ਬਹੁਤ ਹੀ ਪਿਆਰੀ ਕਵਿਤਾ ਜਿਹੜੀ ਹੈ ਤੁਸੀਂ ਪੂਰੀ ਜ਼ਿੰਦਗੀ ਦੇ ਉੱਤੇ ਲਿਖਤੀ। ਤਾਂ ਮੈਂ ਚਾਹੂੰਗੀ ਜਿੰਨੀਆਂ ਧੀਆਂ ਅੱਜ ਤੁਹਾਨੂੰ ਦੇਖ ਰਹੀਆਂ ਨੇ, ਉਹਨਾਂ ਦੇ ਲਈ 2 ਸ਼ਬਦ ਜਾਂ ਕੀ ਮੈਸੇਜ ਉਹਨਾਂ ਨੂੰ ਐਟ ਲਾਸਟ ਦੇਣਾ ਚਾਹੋਗੇ? ਮੈਂ ਧੀਆਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਅਗਰ ਤੁਹਾਡੇ ਅੰਦਰ ਕੁਝ ਸੁਪਨਾ ਹੈ ਕਰਨ ਦਾ, ਤੇ ਉਹਨੂੰ ਤੁਸੀਂ ਦਬਾਓ ਨਾ, ਘਰਦਿਆਂ ਦੀਆਂ ਗੱਲਾਂ ਜਾਂ ਸੋਸਾਇਟੀ ਦੀਆਂ ਗੱਲਾਂ ਹੇਠ ਆ ਕੇ ਉਹਨੂੰ ਜਗਾਈ ਰੱਖੋ ਤੇ ਮਿਹਨਤ ਕਰਦੇ ਰਹੋ। ਇੱਕ ਨਾ ਇੱਕ ਦਿਨ ਤੁਸੀਂ ਸਾਰੇ ਕਿਸੇ ਮੁਕਾਮ ਤੇ ਜ਼ਰੂਰ ਪਹੁੰਚੋਗੇ। ਤੇ ਮੈਂ ਇਹੀ ਕਹਿਣਾ ਚਾਹੂੰਗੀ ਕਿ ਅਗਰ ਸਾਰੀਆਂ ਧੀਆਂ ਆਪਣੀ ਇਹ ਸੋਚ ਬਦਲ ਲੈਣ ਕਿ ਆਪਾਂ ਕੁਝ ਕਰਕੇ ਫਿਰ ਹੀ ਵਿਆਹ ਕਰਵਾਉਣਾ ਹੈ, ਤਾਂ ਕਦੀ ਵੀ ਕੋਈ ਵੀ ਮਾਂ-ਬਾਪ ਆਪਣੀ ਧੀ ਨੂੰ ਕੁੱਖ ਵਿੱਚ ਨਹੀਂ ਮਾਰੇਗਾ। ਥੈਂਕ ਯੂ ਸੋ ਮਚ।
ਸੋ ਬਿਲਕੁਲ ਇਹ ਸਨ ਜਸਮੀਤ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਤੇ ਜਸਮੀਤ ਦੀ ਜ਼ਿੰਦਗੀ ਜਿਹੜੀ ਹੈ ਕਾਫੀ ਜ਼ਿਆਦਾ ਮੋਟੀਵੇਟ ਕਰਦੀ ਹੈ ਕਿਉਂਕਿ ਜਦੋਂ ਇਨਸਾਨ ਕੁਝ ਕਰਨ ਦੇ ਲਈ ਠਾਣ ਲੈਂਦਾ ਹੈ ਤਾਂ ਉਸ ਦੇ ਲਈ ਹਾਲਾਤ ਜਿਹੜੇ ਨੇ ਮਾਇਨੇ ਨਹੀਂ ਰੱਖਦੇ। ਜਿਸ ਮਰਜ਼ੀ ਹਾਲਾਤ ਦੇ ਵਿੱਚ ਇਨਸਾਨ ਹੋਵੇ, ਜੇਕਰ ਉਹਦੇ ਮਨ ਦੇ ਵਿੱਚ ਚਾਹੇ, ਜੇਕਰ ਉਹ ਕੁਝ ਕਰਨਾ ਚਾਹੁੰਦਾ ਹੈ ਤਾਂ ਉਹ ਕਰਕੇ ਵਿਖਾ ਸਕਦਾ ਹੈ। ਪਰ ਅਸਲ ਦੇ ਵਿੱਚ ਮੈਂ ਇੱਕ ਗੱਲ ਕਹਿਣਾ ਚਾਹਾਂਗੀ, ਅੱਜ ਦੇ ਸਮਾਜ ਦੇ ਵਿੱਚ ਵੀ ਬਹੁਤ ਸਾਰੇ ਲੋਕ ਅਜਿਹੇ ਨੇ ਜੋ ਧੀਆਂ ਨੂੰ ਨੋ ਡਾਊਟ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਨੇ ਜੋ ਧੀਆਂ ਦੀ ਰਿਸਪੈਕਟ ਕਰਦੇ ਨੇ, ਇੱਜ਼ਤ ਦਿੰਦੇ ਨੇ, ਪਰ ਅੱਜ ਵੀ ਸਮਾਜ ਦੇ ਵਿੱਚ ਕੁਝ ਅਜਿਹੇ ਲੋਕ ਹੈਗੇ ਨੇ ਜਿਹੜੇ ਕਿ ਧੀਆਂ ਨੂੰ ਨਾ ਮਾਤਰ ਸਮਝਦੇ ਨੇ ਜਾਂ ਉਹਨਾਂ ਨੂੰ ਲੱਗਦਾ ਕਿ ਧੀਆਂ ਕਦੀ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਕਰ ਸਕਦੀਆਂ। ਪਰ ਮੈਂ ਉਹਨਾਂ ਨੂੰ ਇਹ ਗੱਲ ਜ਼ਰੂਰ ਕਹਿਣਾ ਚਾਹਾਂਗੀ ਕਿ ਇੱਕ ਮੌਕਾ ਉਸ ਧੀ ਨੂੰ ਜ਼ਰੂਰ ਦੇ ਕੇ ਦੇਖਿਓ ਜਿਸ ਦੇ ਮਨ ਦੇ ਵਿੱਚ ਬਹੁਤ ਸਾਰੀ ਚਾਹ ਨੇ, ਬਹੁਤ ਸਾਰੀਆਂ ਚੀਜ਼ਾਂ ਘੁੰਮ ਰਹੀਆਂ ਨੇ ਕਿ ਮੈਂ ਆਪਣੀ ਜ਼ਿੰਦਗੀ 'ਚ ਇਹ ਸਭ ਕਰਕੇ ਵਿਖਾਣਾ। ਪਰ ਜੇਕਰ ਉਹ ਪੂਰੇ ਤਰੀਕੇ ਨਾਲ ਕੋਈ ਵੀ ਕੰਮ ਨੂੰ ਠਾਣ ਲੇਗੀ ਤਾਂ ਉਹ ਜ਼ਰੂਰ ਪੂਰਾ ਕਰਕੇ ਦਿਖਾਏਗੀ। ਕਿਉਂਕਿ ਜੇਕਰ ਅਸੀਂ ਗੱਲ ਕਰੀਏ, ਹੁਣ ਦੀਵਾਲੀ ਦਾ ਫੈਸਟੀਵਲ ਆ ਰਿਹਾ ਹੈ ਤਾਂ ਅਸਲ ਦੇ ਵਿੱਚ ਦੀਵਾਲੀ ਉਹਨਾਂ ਦੀ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਧੀਆਂ ਨੇ, ਕਿਉਂਕਿ ਧੀਆਂ ਪੁੱਤਾਂ ਨਾਲੋਂ ਵੱਧ ਕੇ ਮਾਪਿਓ ਦਾ ਨਾਮ ਰੌਸ਼ਨ ਕਰਦੀਆਂ ਨੇ। ਸੋ ਜਿਹੀਆਂ ਹੋਰ ਬਹੁਤ ਸਾਰੀਆਂ ਮੋਟੀਵੇਸ਼ਨਲ ਸਟੋਰੀਜ਼ ਦੇ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ। ਤਦ ਤੱਕ ਲਈ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ। ਕੈਮਰਾ ਪਰਸਨ ਅਮਨ ਦੇ ਨਾਲ ਮਨਪ੍ਰੀਤ ਕੌਰ, ਲਾਈਵ ਪੰਜਾਬੀ ਟੀਵੀ ਜਲੰਧਰ।